ਸਤਿ ਸ਼੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਨਿਊਜ਼ 18 ਪੰਜਾਬ ਹਰਿਆਣਾ ਹਿਮਾਚਲ। ਮੈਂ ਪਰਮਿੰਦਰ ਤੇਜਾ ਸਾਰੇ ਦਰਸ਼ਕਾਂ ਦਾ ਬੁਲੇਟਿਨ ਸਵਾਗਤ ਹੈ। ਸ਼ੁਰੂਆਤ ਕਰਾਂਗੇ ਕਿਸਾਨੀ ਅੰਦੋਲਨ ਦੇ ਨਾਲ ਜੁੜੀ ਹੋਈ ਟਰੈਕਟਰ ਪਰੇਡ ਦੇ ਨਾਲ ਜੁੜੀ ਹੋਈ ਸਭ ਤੋਂ ਵੱਡੀ ਖਬਰ ਤੋਂ। ਟਰੈਕਟਰ ਪਰੇਡ ਤੇ ਸੁਪਰੀਮ ਕੋਰਟ ਦੇ ਵਿੱਚ ਸੁਣਵਾਈ ਟਲ ਗਈ ਹੈ। ਦਿੱਲੀ ਦੇ ਵਿੱਚ ਐਂਟਰੀ ਦਾ ਮਾਮਲਾ ਕਾਨੂੰਨ ਵਿਵਸਥਾ ਦਾ, ਇਹ ਕਹਿਣਾ ਹੈ ਚੀਫ ਜਸਟਿਸ ਆਫ ਇੰਡੀਆ CJI ਦੇ ਵੱਲੋਂ। ਇਹ ਕਿਹਾ ਗਿਆ ਕਿ ਦਿੱਲੀ ਦੇ ਵਿੱਚ ਐਂਟਰੀ ਦਾ ਮਾਮਲਾ ਕਾਨੂੰਨ ਵਿਵਸਥਾ ਦਾ ਹੈ, ਕਿਸ ਨੂੰ ਐਂਟਰੀ ਦੇਣੀ ਹੈ ਕਿਸ ਨੂੰ ਨਹੀਂ ਹੈ ਇਹ ਪੁਲਿਸ ਤੈਅ ਕਰੇ। CJI ਦੇ ਵੱਲੋਂ ਇਹ ਵੀ ਕਿਹਾ ਗਿਆ ਹੈ ਦਿੱਲੀ ਪੁਲਿਸ ਆਪਣੇ ਅਧਿਕਾਰ ਦਾ ਇਸਤੇਮਾਲ ਕਰੇ। ਸੁਪਰੀਮ ਕੋਰਟ ਦਾ ਕਹਿਣਾ ਹੈ ਕਿ ਦਿੱਲੀ ਪੁਲਿਸ ਆਪਣੇ ਅਧਿਕਾਰ ਦਾ ਇਸਤੇਮਾਲ ਕਰੇ, ਕਿਸ ਨੂੰ ਐਂਟਰੀ ਦਿੱਲੀ ਦੇ ਵਿੱਚ ਦੇਣੀ ਹੈ ਕਿਸ ਨੂੰ ਨਹੀਂ ਇਹ ਦਿੱਲੀ ਪੁਲਿਸ ਤੈਅ ਕਰੇ। ਸੁਪਰੀਮ ਕੋਰਟ ਦੀ ਕਮੇਟੀ ਦੇ ਪੁਨਰਗਠਨ ਦੀ ਪਟੀਸ਼ਨ ਤੇ ਵੀ ਸੁਣਵਾਈ ਟਲ ਗਈ ਹੈ। BKU ਲੋਕ ਸ਼ਕਤੀ ਨੇ ਨਵੀਂ ਕਮੇਟੀ ਦੇ ਗਠਨ ਦੀ ਦਰਅਸਲ ਮੰਗ ਕੀਤੀ ਹੈ। ਦੋਵਾਂ ਪਟੀਸ਼ਨਾਂ ਤੇ ਹੁਣ ਬੁੱਧਵਾਰ ਨੂੰ ਅਗਲੀ ਸੁਣਵਾਈ ਹੋਵੇਗੀ। ਸੋ ਟਰੈਕਟਰ ਪਰੇਡ ਜਿੱਥੇ ਕਿ ਕਿਸਾਨਾਂ ਦੇ ਵੱਲੋਂ ਪਹਿਲਾਂ ਐਲਾਨ ਕੀਤਾ ਗਿਆ, ਕੱਲ ਪੂਰੇ ਰੋਡ ਮੈਪ ਦਾ ਕਿਸਾਨਾਂ ਦੇ ਵੱਲੋਂ ਐਲਾਨ ਕੀਤਾ ਗਿਆ ਸੀਗਾ 26 ਜਨਵਰੀ ਨੂੰ ਟਰੈਕਟਰ ਪਰੇਡ ਕੱਢੀ ਜਾਵੇਗੀ ਰਿੰਗ ਰੋਡ ਦੇ ਉੱਪਰ। ਤੇ ਉੱਥੇ ਕਿਸਾਨਾਂ ਦਾ ਸਾਫ਼ ਤੌਰ ਤੇ ਕਹਿਣਾ ਹੈ ਕਿ ਕਿਸੇ ਤਰ੍ਹਾਂ ਦੇ ਵੀ ਕੋਈ ਕਾਨੂੰਨ ਵਿਵਸਥਾ ਨੂੰ ਲੈ ਕੇ ਅਜਿਹਾ ਕੋਈ ਵੀ ਕਦਮ ਨਹੀਂ ਚੁੱਕਿਆ ਜਾਵੇਗਾ। ਦੂਜੀ ਜਿਹੜੀ ਦੇਸ਼ ਦੀ ਪਰੇਡ ਹੋਵੇਗੀ, ਜਵਾਨਾਂ ਦੀ ਪਰੇਡ ਹੋਵੇਗੀ, ਉਸ ਦੇ ਵਿੱਚ ਵੀ ਕਿਸੇ ਤਰ੍ਹਾਂ ਦਾ ਕੋਈ ਵਿਘਨ ਨਹੀਂ ਪਾਇਆ ਜਾਵੇਗਾ। ਪੂਰੀ ਤਰ੍ਹਾਂ ਸ਼ਾਂਤੀਪੂਰਨ ਇਹ ਟਰੈਕਟਰ ਪਰੇਡ ਹੋਵੇਗੀ, ਇਹ ਕਿਸਾਨਾਂ ਦਾ ਕਹਿਣਾ ਹੈ। ਜਿਸ ਤੋਂ ਬਾਅਦ 'ਚ ਅੱਜ ਸੁਪਰੀਮ ਕੋਰਟ ਦੇ ਵਿੱਚ ਸੁਣਵਾਈ ਹੋਈ ਹੈ। ਦਰਅਸਲ ਕੇਂਦਰ ਸਰਕਾਰ ਦੇ ਵੱਲੋਂ ਟਰੈਕਟਰ ਪਰੇਡ ਦੇ ਖਿਲਾਫ ਸੁਪਰੀਮ ਕੋਰਟ ਦੇ ਵਿੱਚ ਪਟੀਸ਼ਨ ਦਾਖਲ ਕੀਤੀ ਗਈ ਹੈ। ਸੁਰੱਖਿਆ ਦੇ ਲਿਹਾਜ਼ ਦੇ ਨਾਲ ਸੁਰੱਖਿਆ ਦੇ ਕਾਰਨਾਂ ਦਾ ਹਵਾਲਾ ਦਿੰਦੇ ਹੋਏ ਇਸ ਪਰੇਡ ਤੇ ਕੇਂਦਰ ਸਰਕਾਰ ਦੇ ਵੱਲੋਂ ਰੋਕ ਲਗਾਉਣ ਦੀ ਮੰਗ ਕੀਤੀ ਗਈ ਹੈ। ਤੇ ਫਿਲਹਾਲ ਟਰੈਕਟਰ ਪਰੇਡ ਤੇ ਸੁਪਰੀਮ ਕੋਰਟ ਦੇ ਵਿੱਚ ਸੁਣਵਾਈ ਟਲ ਗਈ ਹੈ। ਸੁਪਰੀਮ ਕੋਰਟ ਦਾ ਕਹਿਣਾ ਹੈ ਕਿ ਦਿੱਲੀ ਦੇ ਵਿੱਚ ਐਂਟਰੀ ਦਾ ਮਾਮਲਾ ਕਾਨੂੰਨ ਵਿਵਸਥਾ ਦਾ ਹੈ, ਕਿਸ ਨੂੰ ਐਂਟਰੀ ਦੇਣੀ ਹੈ ਕਿਸ ਨੂੰ ਨਹੀਂ ਇਹ ਪੁਲਿਸ ਤੈਅ ਕਰੇ। ਦਿੱਲੀ ਪੁਲਿਸ ਆਪਣੇ ਅਧਿਕਾਰ ਦਾ ਇਸਤੇਮਾਲ ਕਰੇ। ਸੁਪਰੀਮ ਕੋਰਟ ਦੇ ਵੱਲੋਂ ਇਹ ਟਿੱਪਣੀ ਕੀਤੀ ਗਈ ਹੈ। ਉੱਥੇ ਗੱਲ ਕੀਤੀ ਜਾਵੇ ਜਿਹੜੀ ਕਮੇਟੀ ਬਣਾਈ ਗਈ ਹੈ, 4 ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਸੀਗਾ ਖੇਤੀ ਕਾਨੂੰਨ ਨੂੰ ਲੈ ਕੇ ਸੁਪਰੀਮ ਕੋਰਟ ਦੇ ਵੱਲੋਂ। ਹਾਲਾਂਕਿ ਭੁਪਿੰਦਰ ਸਿੰਘ ਮਾਨ ਨੇ ਆਪਣੇ ਆਪ ਨੂੰ ਇਸ ਕਮੇਟੀ ਤੋਂ ਵੱਖ ਕਰ ਲਿਆ। ਉੱਥੇ ਸੁਪਰੀਮ ਕੋਰਟ ਦੀ ਕਮੇਟੀ ਦੇ ਪੁਨਰਗਠਨ ਦੀ ਪਟੀਸ਼ਨ ਤੇ ਵੀ ਸੁਣਵਾਈ ਟਲ ਗਈ ਹੈ। ਦਰਅਸਲ BKU ਲੋਕ ਸ਼ਕਤੀ ਨੇ ਨਵੀਂ ਕਮੇਟੀ ਦੇ ਗਠਨ ਦੀ ਮੰਗ ਕੀਤੀ। ਉਹਨਾਂ ਨੇ ਵੀ ਮੰਗ ਕੀਤੀ ਸੀ ਕਿ ਕਿਸੇ ਰਿਟਾਇਰਡ ਜੱਜ ਨੂੰ ਇਸ ਕਮੇਟੀ ਦੇ ਵਿੱਚ ਸ਼ਾਮਲ ਕੀਤਾ ਜਾਵੇ। ਹੁਣ ਦੋਵਾਂ ਪਟੀਸ਼ਨਾਂ ਤੇ ਬੁੱਧਵਾਰ ਨੂੰ ਅਗਲੀ ਸੁਣਵਾਈ ਹੋਵੇਗੀ। ਸੋ ਟਰੈਕਟਰ ਪਰੇਡ ਤੇ ਅੱਜ ਸੁਣਵਾਈ ਹੋਈ ਸੁਪਰੀਮ ਕੋਰਟ ਦੇ ਵਿੱਚ, ਜਿਹੜੀ ਫਿਲਹਾਲ ਟਲ ਗਈ ਹੈ। ਸੁਪਰੀਮ ਕੋਰਟ ਦਾ ਸਾਫ਼ ਤੌਰ ਤੇ ਕਹਿਣਾ ਹੈ ਕਿ ਦਿੱਲੀ ਦੇ ਵਿੱਚ ਐਂਟਰੀ ਦਾ ਮਾਮਲਾ ਕਾਨੂੰਨ ਵਿਵਸਥਾ ਦਾ ਹੈ, ਕਿਸ ਨੂੰ ਐਂਟਰੀ ਦੇਣੀ ਹੈ ਕਿਸ ਨੂੰ ਨਹੀਂ ਇਹ ਪੁਲਿਸ ਤੈਅ ਕਰੇ। ਦਿੱਲੀ ਪੁਲਿਸ ਆਪਣੇ ਅਧਿਕਾਰ ਦਾ ਇਸਤੇਮਾਲ ਕਰੇ। ਟਰੈਕਟਰ ਪਰੇਡ ਜਿਹੜਾ ਕਿ ਕਿਸਾਨਾਂ ਦੇ ਵੱਲੋਂ ਪਹਿਲਾਂ ਹੀ ਐਲਾਨ ਕੀਤਾ ਗਿਆ, ਕੱਲ ਪੂਰੇ ਰੋਡ ਮੈਪ ਦਾ ਕਿਸਾਨਾਂ ਦੇ ਵੱਲੋਂ ਐਲਾਨ ਕੀਤਾ ਗਿਆ ਸੀਗਾ ਕਿ ਦਿੱਲੀ ਦੇ ਵਿੱਚ ਦਿੱਲੀ ਦੇ ਰਿੰਗ ਰੋਡ ਤੇ ਇਹ ਪੂਰੀ ਟਰੈਕਟਰ ਪਰੇਡ ਕੱਢੀ ਜਾਵੇਗੀ। ਕਿਸਾਨਾਂ ਦਾ ਇਹ ਦਾਅਵਾ ਹੈ ਕਿ ਵੱਡੀ ਗਿਣਤੀ ਦੇ ਵਿੱਚ ਕਈ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਟਰੈਕਟਰ ਇਸ ਪਰੇਡ ਦੇ ਵਿੱਚ ਸ਼ਾਮਲ ਹੋਣਗੇ। ਕਿਸਾਨਾਂ ਨੇ ਵੀ ਸਾਫ਼ ਕੀਤਾ ਹੈ ਕਿ ਟਰੈਕਟਰ ਪਰੇਡ ਪੂਰੀ ਤਰ੍ਹਾਂ ਸ਼ਾਂਤੀਪੂਰਨ ਹੋਵੇਗੀ। ਦੇਸ਼ ਦੀ ਪਰੇਡ, ਜਵਾਨਾਂ ਦੀ ਪਰੇਡ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਵਿਘਨ ਨਹੀਂ ਪਾਇਆ ਜਾਵੇਗਾ। ਕਿਸਾਨਾਂ ਦੇ ਵੱਲੋਂ ਕੱਲ ਇਹ ਸਾਫ਼ ਕੀਤਾ ਗਿਆ। ਦੂਜੇ ਪਾਸੇ ਸੁਪਰੀਮ ਕੋਰਟ ਦੇ ਵਿੱਚ ਸੁਣਵਾਈ ਹੋਈ ਹੈ ਜਿਹੜੀ ਕਿ ਫਿਲਹਾਲ ਟਲ ਗਈ ਹੈ। ਸੁਪਰੀਮ ਕੋਰਟ ਦਾ ਕਹਿਣਾ ਹੈ ਕਿ ਦਿੱਲੀ ਦੇ ਵਿੱਚ ਐਂਟਰੀ ਦਾ ਮਾਮਲਾ ਕਾਨੂੰਨ ਵਿਵਸਥਾ ਦਾ ਹੈ, ਕਿਸ ਨੂੰ ਐਂਟਰੀ ਦੇਣੀ ਹੈ ਕਿਸ ਨੂੰ ਨਹੀਂ ਇਹ ਪੁਲਿਸ ਤੈਅ ਕਰੇ। ਦਿੱਲੀ ਪੁਲਿਸ ਆਪਣੇ ਅਧਿਕਾਰ ਦਾ ਇਸਤੇਮਾਲ ਕਰੇ। ਸੁਪਰੀਮ ਕੋਰਟ ਦੇ ਵਿੱਚ ਟਰੈਕਟਰ ਪਰੇਡ ਨੂੰ ਲੈ ਕੇ ਸੁਣਵਾਈ ਟਲ ਗਈ ਹੈ, ਪਰ ਕਿਸਾਨਾਂ ਨੇ ਕੱਲ ਹੀ ਪਰੇਡ ਦਾ ਪੂਰਾ ਰੋਡ ਮੈਪ ਜਾਰੀ ਕੀਤਾ ਹੈ। ਇਸ ਦੇ ਵਿੱਚ ਬਿਲਕੁਲ ਸਾਫ਼ ਕੀਤਾ ਗਿਆ ਹੈ ਕਿ ਰਿੰਗ ਰੋਡ ਤੇ ਆਪਣੇ ਆਪ ਦੇ ਵਿੱਚ ਟਰੈਕਟਰ ਪਰੇਡ ਕੱਢੀ ਜਾਵੇਗੀ ਤੇ ਨਾਲ ਹੀ ਜਿਹੜੀ ਜਵਾਨਾਂ ਦੀ ਪਰੇਡ ਹੋਵੇਗੀ ਉਸ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਵਿਘਨ ਨਹੀਂ ਪਾਇਆ ਜਾਵੇਗਾ। यह परेड आउटर रिंग रोड की परिक्रमा कर आयोजित की जाएगी। ये जो आउटर रिंग रोड दिल्ली की है, पीरागढ़ी से जनकपुरी, धौला कुआं, मुनीर का IIT, खेलगांव, चिराग दिल्ली, नेहरू प्लेस, ओखला, मजनू का टीला, बुराड़ी, आजादपुर, रोहिणी, ये वाली जो बाहर वाली रोड है 50 किलोमीटर के करीब है, इसकी परिक्रमा करके आयोजित की जाएगी। हम आशा करते हैं कि दिल्ली और हरियाणा का पुलिस प्रशासन इस आयोजन में कोई बाधा नहीं पहुंचाएगा। यह परेड पूरी तरह से शांतिपूर्ण रहेगी। किसी भी किस्म के हथियार, हिंसक कार्रवाई और भड़काऊ भाषा पर बिल्कुल मनाही रहेगी। ये हमने पिछली बार भी कहा था, शांति इस आंदोलन का सबसे बड़ा हथियार है। आज उस शांति की बदौलत पंजाब के किसानों ने हासिल किया और पिछले 2 महीने से शांतिपूर्ण आंदोलन से ही हमने हासिल किया। इसको किसी भी कीमत पे हम छोड़ेंगे नहीं। गणतंत्र दिवस परेड में कोई विघ्न नहीं डाला जाएगा। ये जो औपचारिक राजपथ पे गणतंत्र दिवस की परेड होती है
उसमें किसी किस्म का कोई विघ्न, कोई उसमें डिसरप्शन, कोई उसके अंदर गड़बड़ी बिल्कुल नहीं डाली जाएगी। किसी राष्ट्रीय स्मारक या प्रतीक पर हमला, कब्जा करने की कोई कोशिश नहीं होगी। ये सब इसलिए कहना पड़ रहा है, वो कभी लाल किले की बात हो जाती है, कभी राजपथ की बात हो जाती है, कभी पार्लियामेंट बिल्डिंग की बात हो जाती है। हम बिल्कुल स्पष्ट कर देना चाहते हैं, ऐसे किसी, ये सब हमारे सम्मान के प्रतीक हैं, इस पे कब्जा, हमला, धावा, कोई ऐसी हमारी नियत नहीं है। हर वाहन पर, चाहे ट्रैक्टर हो, कोई भी और व्हीकल होगा, हर वाहन पर राष्ट्रीय ध्वज और साथ में किसी भी किसान संगठन का झंडा होगा। जैसा मैंने पिछली बार भी शायद कहा था, इस तिरंगे की आन बान शान को हम 1 इंच भी कम नहीं होने देंगे, इसको ऊंचाई उठाएंगे। किसी भी पार्टी के झंडे की मनाही होगी, कोई पॉलिटिकल पार्टी का झंडा नहीं हो। इस सब के बारे में हमने हमेशा सावधानी बरती है। दिल्ली के बाहर का बता दूं, देश के जिन इलाकों से लोग दिल्ली नहीं पहुंच सकते, वहां राज्य की राजधानी या जिला स्तर पर किसान गणतंत्र परेड उपरोक्त मर्यादा के अनुसार आयोजित की जाएगी। तो जो दिल्ली के नजदीक के इलाके हैं वो तो सब दिल्ली आएंगे, जो बहुत दूर के लोग हैं जो दिल्ली नहीं आ सकते, वो भी ऐसी ही किसान गणतंत्र परेड आयोजित करेंगे और वो भी इन्हीं सब बातों का पालन करेंगे। ਸੋ ਕੱਲ ਕਿਸਾਨਾਂ ਦੇ ਵੱਲੋਂ ਪੂਰੇ ਵਿਸਥਾਰ ਦੇ ਨਾਲ ਰੋਡ ਮੈਪ ਦਾ ਐਲਾਨ ਕੀਤਾ ਗਿਆ ਸੀਗਾ। ਕਿਸਾਨਾਂ ਨੇ ਸਾਫ਼ ਕੀਤਾ ਹੈ ਕਿ ਟਰੈਕਟਰ ਪਰੇਡ ਪੂਰੀ ਤਰ੍ਹਾਂ ਸ਼ਾਂਤੀਪੂਰਨ ਹੋਵੇਗੀ, ਕਿਸੇ ਤਰ੍ਹਾਂ ਦਾ ਵੀ ਕੋਈ ਵਿਘਨ ਨਹੀਂ ਪਾਇਆ ਜਾਵੇਗਾ। ਸੁਰੱਖਿਆ ਦੇ ਲਿਹਾਜ਼ ਦੇ ਨਾਲ ਪੂਰਾ ਖਿਆਲ ਰੱਖਿਆ ਜਾਵੇਗਾ। ਹਰ ਵਾਹਨ ਤੇ ਦੇਸ਼ ਦਾ ਤਿਰੰਗਾ ਝੰਡਾ ਵੀ ਹੋਵੇਗਾ। ਉੱਥੇ ਹੀ ਕਿਸਾਨ ਜਿਹੜਾ ਮੋਰਚੇ ਦਾ ਪੂਰਾ ਕਿਸਾਨਾਂ ਦਾ ਝੰਡਾ ਹੈ ਉਹ ਵੀ ਇਹਨਾਂ ਦੇ ਸਾਰੇ ਵਾਹਨਾਂ ਤੇ ਹੋਵੇਗਾ ਤੇ ਪੂਰੀ ਸ਼ਾਂਤੀਪੂਰਨ ਟਰੈਕਟਰ ਪਰੇਡ ਹੋਵੇਗੀ। ਕੱਲ ਹੀ ਪੂਰੇ ਵਿਸਥਾਰ ਦੇ ਨਾਲ ਰੋਡ ਮੈਪ ਦਾ ਕਿਸਾਨਾਂ ਦੇ ਵੱਲੋਂ ਐਲਾਨ ਕੀਤਾ ਗਿਆ ਸੀਗਾ। ਉੱਥੇ ਸੁਪਰੀਮ ਕੋਰਟ ਦੇ ਵਿੱਚ ਇਸ ਨੂੰ ਲੈ ਕੇ अहम सुनवाई हुई है। ट्रैक्टर परेड ਤੇ ਸੁਪਰੀਮ ਕੋਰਟ ਦੇ ਸੁਣਵਾਈ ਫਿਲਹਾਲ ਟਲ ਗਈ ਹੈ। ਸੁਪਰੀਮ ਕੋਰਟ ਨੇ ਸਾਫ਼ ਕਰ ਦਿੱਤਾ ਹੈ ਕਿ ਦਿੱਲੀ ਦੇ ਵਿੱਚ ਐਂਟਰੀ ਦਾ ਮਾਮਲਾ ਕਾਨੂੰਨ ਵਿਵਸਥਾ ਦਾ ਹੈ। ਕਿਸ ਨੂੰ ਐਂਟਰੀ ਦੇਣੀ ਹੈ, ਕਿਸ ਨੂੰ ਨਹੀਂ, ਇਹ ਦਿੱਲੀ ਪੁਲਿਸ ਤੈਅ ਕਰੇ। ਸਿੱਧੇ ਤੌਰ ਤੇ ਜਿਹੜੀ ਗੇਂਦ ਹੈ ਉਹ ਕੇਂਦਰ ਸਰਕਾਰ ਦੇ ਪਾਲੇ ਦੇ ਵਿੱਚ ਹੈ, ਦਿੱਲੀ ਪੁਲਿਸ ਦੇ ਪਾਲੇ ਦੇ ਵਿੱਚ ਹੈ। ਸੁਪਰੀਮ ਕੋਰਟ ਨੇ ਵੀ ਕਿਹਾ ਕਿ ਦਿੱਲੀ ਪੁਲਿਸ ਆਪਣੇ ਅਧਿਕਾਰ ਦਾ ਇਸਤੇਮਾਲ ਕਰੇ। केस की अगली सुनवाई परसों होगी। माननीय सर्वोच्च न्यायालय में केस को एडजर्न करते हुए कहा कि परसों होगी और उन्होंने अटॉर्नी जनरल को भी कहा है कि जो बातें मैंने कही हैं, जो तथ्य रखे हैं, इनमें क्या है, क्या सच्चाई, जो हमने रिप्लाई फाइल किया है, जो रिप्लाई दिया है, उसमें सारी बातें रखी गई हैं और ये बात हुई है। सीजीआई ਦੀਆਂ ਜਦੋਂ ਸੀਜੀਆਈ ਨੇ ਕਿਹਾ ਕਿ ਲਾਅ ਐਂਡ ਆਰਡਰ ਨੂੰ ਲੈ ਕੇ ਕੀ ਹੈ ਦਿੱਲੀ ਪੁਲਿਸ ਨੇ ਕਿਹਾ ਗਿਆ ਕਿ ਲਾਅ ਐਂਡ ਆਰਡਰ ਦਿੱਲੀ पुलिस। देखिए, लॉ एंड ऑर्डर मेंटेन का काम करना सीजीआई साहब ने कहा और वो सत्य भी है, अटल सत्य है कि दिल्ली पुलिस लॉ एंड ऑर्डर मेंटेन करे। उनके पास ये भी बात आई, ना तो उनके पास पुलिस की कमी है, ना बैरिकेड की कमी है, कोई कमी नहीं है। धारा 144 लगी हुई है। धारा 144 खुद में क्या आप उसे मजाक में समझते हैं? धारा 144 कहीं कोई व्यक्ति इकट्ठा नहीं हो सकता। लोकतांत्रिक अधिकारों का हनन है, डेमोक्रेसी के अधिकारों का हनन होता है। धारा 144 जो कि दिल्ली देश की राजधानी में लगी हुई है और ऐसे समय पे लगी हुई है और ऐसे समय के बहुत महीने पहले से लगी हुई है जब से रिपब्लिक डे होने वाला था, पिछले वर्ष से लगी हुई है। ਸੋ ਆਪਣੇ ਆਪ ਦੇ ਸੁਪਰੀਮ ਕੋਰਟ ਨੇ ਸਾਫ਼ ਕਰ ਦਿੱਤਾ ਹੈ ਕਿ ਦਿੱਲੀ ਦੇ ਵਿੱਚ ਐਂਟਰੀ ਕਿਸ ਨੂੰ ਦੇਣੀ ਹੈ, ਕਿਸ ਨੂੰ ਨਹੀਂ, ਇਹ ਦਿੱਲੀ ਪੁਲਿਸ ਤੈਅ ਕਰੇ। ਬੁੱਧਵਾਰ ਨੂੰ ਫਿਲਹਾਲ ਇਸ ਪਟੀਸ਼ਨ ਤੇ ਸੁਣਵਾਈ ਹੋਵੇਗੀ। ਉੱਥੇ ਕਿਸਾਨੀ ਅੰਦੋਲਨ ਦੇ ਨਾਲ ਜੁੜੀ ਹੋਈ ਅਗਲੀ ਖਬਰ ਦਾ ਰੁਖ ਕਰਦੇ ਹਾਂ। ਗੁਰਨਾਮ ਚਡੂਨੀ ਤੇ ਸੰਯੁਕਤ ਕਿਸਾਨ ਮੋਰਚੇ ਦਾ ਬਿਆਨ ਸਾਹਮਣੇ ਆਇਆ ਹੈ। ਚਡੂਨੀ ਦੀਆਂ ਸਿਆਸੀ ਗਤੀਵਿਧੀਆਂ ਦੇ ਨਾਲ ਕੋਈ ਵੀ ਸਬੰਧ ਨਹੀਂ ਹੈ। ਸੰਯੁਕਤ ਕਿਸਾਨ ਮੋਰਚੇ ਦੇ ਵੱਲੋਂ ਇਹ ਸਾਫ਼ ਕਰ ਦਿੱਤਾ ਗਿਆ ਹੈ। ਮਾਮਲੇ ਦੀ ਜਾਂਚ ਦੇ ਲਈ ਮੋਰਚੇ ਵੱਲੋਂ ਕਮੇਟੀ ਦਾ ਵੀ ਗਠਨ ਕਰ ਦਿੱਤਾ ਗਿਆ, ਜਿਸ ਦੇ ਵੱਲੋਂ ਪੂਰੀ ਜਾਂਚ ਕੀਤੀ ਜਾਵੇਗੀ। 3 ਦਿਨਾਂ ਦੇ ਅੰਦਰ ਆਪਣੀ ਰਿਪੋਰਟ ਕਮੇਟੀ ਦੇ ਵੱਲੋਂ ਸੌਂਪੀ ਜਾਵੇਗੀ। ਚਡੂਨੀ ਨੇ ਕੱਲ ਕਈ ਸਿਆਸੀ ਲੀਡਰਾਂ ਦੇ ਨਾਲ ਮੁਲਾਕਾਤ ਕੀਤੀ ਸੀ। ਕੱਲ ਹੀ ਜਨ ਸੰਸਦ ਪ੍ਰੋਗਰਾਮ ਦਾ ਇਸ ਮੀਟਿੰਗ ਤੋਂ ਬਾਅਦ ਚ ਐਲਾਨ ਕੀਤਾ ਗਿਆ ਸੀਗਾ, ਫੈਸਲਾ ਲਿਆ ਗਿਆ ਸੀਗਾ, ਜਿਸ ਤੋਂ ਬਾਅਦ ਚ ਗੁਰਨਾਮ ਚਡੂਨੀ ਸੰਯੁਕਤ ਕਿਸਾਨ ਮੋਰਚੇ ਦੇ ਨਿਸ਼ਾਨੇ ਤੇ ਹੈ, ਜਿਸ ਤੋਂ ਬਾਅਦ ਚ ਹੁਣ ਕਿ ਕਮੇਟੀ ਦਾ ਵੀ ਗਠਨ ਕਰ ਦਿੱਤਾ ਗਿਆ। ਕਮੇਟੀ ਵੱਲੋਂ ਜਾਂਚ ਕੀਤੀ ਜਾਵੇਗੀ ਤੇ 3 ਦਿਨਾਂ ਦੇ ਅੰਦਰ ਆਪਣੀ ਰਿਪੋਰਟ ਇਸ ਕਮੇਟੀ ਵੱਲੋਂ ਸੌਂਪੀ ਜਾਵੇਗੀ। ਸੋ ਕੱਲ ਜਿਹੜਾ ਕਿ ਵੱਖ-ਵੱਖ ਸਿਆਸੀ ਪਾਰਟੀਆਂ, ਵੱਖ-ਵੱਖ ਵਿਰੋਧੀ ਪਾਰਟੀਆਂ ਦੇ ਨਾਲ ਗੁਰਨਾਮ ਚਡੂਨੀ ਦੇ ਵੱਲੋਂ ਲੰਬਾ ਮੰਥਨ ਕੀਤਾ ਗਿਆ ਸੀਗਾ, ਮੀਟਿੰਗ ਕੀਤੀ ਗਈ ਸੀ। ਉਸ ਨੂੰ ਲੈ ਕੇ ਵੀ ਕੱਲ ਅਸੀਂ ਤੁਹਾਨੂੰ ਪੂਰੀਆਂ ਤਸਵੀਰਾਂ ਵਿਖਾਈਆਂ ਸਨ, ਉਸ ਦੀ ਅਪਡੇਟ ਵੀ ਤੁਹਾਨੂੰ ਦਿੱਤੀ ਸੀ ਕਿ ਕੱਲ ਇਹਨਾਂ ਪੂਰੀਆਂ ਪਾਰਟੀਆਂ ਦੇ ਵੱਲੋਂ ਗੁਰਨਾਮ ਚਡੂਨੀ ਦੇ ਵੱਲੋਂ ਜਨ ਸੰਸਦ ਪ੍ਰੋਗਰਾਮ ਦਾ ਐਲਾਨ ਕੀਤਾ ਗਿਆ ਸੀਗਾ ਤੇ ਹੁਣ ਸੰਯੁਕਤ ਕਿਸਾਨ ਮੋਰਚੇ ਨੇ ਸਾਫ਼ ਕਰ ਦਿੱਤਾ ਹੈ ਕਿ ਚਡੂਨੀ ਦੀਆਂ ਸਿਆਸੀ ਗਤੀਵਿਧੀਆਂ ਦੇ ਨਾਲ ਸੰਯੁਕਤ ਕਿਸਾਨ ਮੋਰਚੇ ਦਾ ਕੋਈ ਵੀ ਸਬੰਧ ਨਹੀਂ ਹੈ।
ਗੁਰਨਾਮ ਸਿੰਘ ਚੰਡੂਨੀ ਨੇ ਸਫਾਈ ਦਿੰਦਿਆਂ ਕਿਹਾ ਕਿ ਜਿਹੜੀ ਵੀ ਉਹਨਾਂ ਨੇ ਮੀਟਿੰਗ ਕੀਤੀ ਹੈ ਉਸ ਦੇ ਪਿੱਛੇ ਮਨਸ਼ਾ ਸਿੱਧੇ ਤੌਰ ਦੇ ਉੱਪਰ ਕਿਸਾਨੀ ਅੰਦੋਲਨ ਨੂੰ ਹੋਰ ਅੱਗੇ ਲਿਜਾਣਾ ਸੀ, ਨਾ ਹੀ ਕਮਜ਼ੋਰ ਕਰਨਾ। ਕਿਸ ਤਰੀਕੇ ਨਾਲ ਦੇਖਦੇ ਹੋ? ਦੇਖੋ, ਸਭ ਤੋਂ ਪਹਿਲਾਂ ਜਦੋਂ ਗੁਰਨਾਮ ਸਿੰਘ ਚੰਡੂਨੀ ਨੇ ਨਾ ਸੁਨੀਲ ਜਾਖੜ ਜਿਹੜਾ ਪੰਜਾਬ ਦਾ ਹੈਗਾ ਪ੍ਰਧਾਨ ਕਾਂਗਰਸ ਦਾ, ਉਹਨਾਂ ਨੂੰ ਜਦੋਂ ਇਹਨਾਂ ਨੇ ਚਿੱਠੀ ਪੱਤਰ ਲਿਖੀ ਤਾਂ ਉਹ ਸਾਡੇ ਕੋਲੇ ਚਿੱਠੀ ਪੱਤਰ ਪਹੁੰਚ ਗਿਆ ਪੰਜਾਬ ਦੇ ਨੁਮਾਇੰਦਿਆਂ ਕੋਲੇ। ਅਸੀਂ 32 ਕਿਸਾਨ ਜਥੇਬੰਦੀਆਂ ਦੀ ਮੀਟਿੰਗ ਕਰ ਰਹੇ ਸੀ, ਉਹ ਜਦੋਂ ਸਾਡੇ ਕੋਲੇ ਲੈਟਰ ਪਹੁੰਚਿਆ ਤਾਂ ਉਹਨੂੰ ਗੰਭੀਰਤਾ ਨਾਲ ਲਿਆ। ਅਸੀਂ ਗੰਭੀਰਤਾ ਨਾਲ ਲੈ ਕੇ ਕਿ ਠੀਕ ਨਹੀਂ ਹੈ, ਆਪਾਂ ਪੋਲੀਟੀਕਲ ਜਿਹੜੇ ਪਾਰਟੀਆਂ ਉਹਨਾਂ ਨੂੰ ਹੁਣ ਤੱਕ ਨੇੜੇ ਹੀ ਨਹੀਂ ਲੱਗਣ ਦਿੱਤਾ, ਤੇ ਜੇ ਗੁਰਨਾਮ ਸਿੰਘ ਚੰਡੂਨੀ ਸੰਯੁਕਤ ਮੋਰਚੇ ਦਾ ਨੁਮਾਇੰਦਾ ਪੋਲੀਟੀਕਲ ਪਾਰਟੀਆਂ ਦੀ ਮੀਟਿੰਗ ਬੁਲਾਉਂਦਾ ਤਾਂ ਠੀਕ ਨਹੀਂ ਹੈ। ਅਸੀਂ 32 ਕਿਸਾਨ ਜਥੇਬੰਦੀਆਂ ਦੀ ਮੀਟਿੰਗ ਦੇ ਵਿੱਚ ਗੁਰਨਾਮ ਸਿੰਘ ਚੰਡੂਨੀ ਨੂੰ ਸੱਦਿਆ ਸੀ, ਉਹਦੇ ਨਾਲ ਗੱਲਬਾਤ ਕੀਤੀ ਸੀ ਇਸ ਵਿਸ਼ੇ ਤੇ। ਉਹ ਉਦੋਂ ਵੀ ਇਹ ਕਹਿ ਰਿਹਾ ਸੀ ਕਿ ਇਹਦੇ ਨਾਲ ਕੋਈ ਨੁਕਸਾਨ ਨਹੀਂ ਹੋ ਰਿਹਾ। ਅਸੀਂ ਕਹਿੰਦੇ ਸੀ ਵੀ ਜਿਹੜੇ ਤੂੰ ਕਹਿਣਾ ਕੋਈ ਮਹੰਤਾਂ ਨੇ ਮਹਾਂਪੁਰਸ਼ਾਂ ਨੇ ਬੁਲਾਈ ਹੈ ਮੀਟਿੰਗ, ਉਹ ਬੁਲਾਉਣ, ਪਰ ਤੁਹਾਨੂੰ ਉਸ ਮੀਟਿੰਗ ਵਿੱਚ ਸ਼ਾਮਲ ਨਹੀਂ ਹੋਣਾ ਚਾਹੀਦਾ। ਉਹਨੇ ਆਪ ਹੀ ਮੰਨਿਆ ਸੀ ਸਾਡੇ ਕੋਲੇ ਕਿ ਮੇਨ ਮੈਂ ਹੀ ਚਿੱਠੀ ਪੱਤਰ ਭੇਜਿਆ। ਤਾਂ ਇਸ ਗੱਲ ਤੇ ਸਾਨੂੰ ਚਿੰਤਾ ਹੋਈ ਸੀ। ਇਹ ਜਿਹੜਾ ਹੈਗਾ ਅਸੀਂ ਸੰਯੁਕਤ ਮੋਰਚੇ ਦੇ ਧਿਆਨ 'ਚ ਲਿਆਂਦਾ। ਸਾਥੋਂ ਬਾਅਦ ਉਦੋਂ ਕੋਈ ਕਾਰਵਾਈ ਨਹੀਂ ਹੋਈ ਤੇ ਨਾ ਹੀ ਉਹਨੇ ਕੋਈ ਸੌਰੀ ਫੀਲ ਕੀਤਾ, ਨਾ ਅਸੀਂ ਉਹਨੂੰ ਕਿਹਾ। ਉਸ ਤੋਂ ਬਾਅਦ ਸੰਯੁਕਤ ਮੋਰਚੇ ਦੀ ਜਦੋਂ ਮੀਟਿੰਗ ਹੋਈ ਹੈ, ਸਾਡੀ ਮੀਟਿੰਗ ਤੋਂ ਬਾਅਦ, ਤਾਂ ਉਹਨਾਂ ਕੋਲੇ ਜਦੋਂ ਇਹ ਗੱਲ ਗਈ ਤਾਂ ਉਹਨਾਂ ਨੇ ਫੈਸਲਾ ਕੀਤਾ ਕਿ 3 ਮੈਂਬਰੀ ਕਮੇਟੀ ਦਾ ਗਠਨ ਕੀਤਾ। ਉਹ 3 ਮੈਂਬਰੀ ਕਮੇਟੀ ਹੈ ਜਿਹੜੀ ਚੰਡੂਨੀ ਦੇ ਨਾਲ ਗੱਲ ਕਰੂਗੀ। ਅਗਰ ਚੰਡੂਨੀ ਦੋਸ਼ੀ ਪਾਇਆ ਜਾਂਦਾ ਹੈ ਤਾਂ ਇਹਦੇ ਤੇ ਕਾਰਵਾਈ ਹੋਊਗੀ। ਪਰ ਸੂਤਰਾਂ ਦੇ ਵੱਲੋਂ ਜਿਹੜੀ ਖਬਰ ਆ ਰਹੀ ਸੀ ਕਿ ਹਲੇ ਅਗਲੀ ਜਦ ਤੱਕ ਕਮੇਟੀ ਦਾ ਫੈਸਲਾ ਨਹੀਂ ਆਉਂਦਾ ਤਾਂ ਗੁਰਨਾਮ ਸਿੰਘ ਚੰਡੂਨੀ ਨੂੰ ਜਿਹੜਾ ਹੈ ਉਹ ਸਸਪੈਂਡ ਕਰ ਦਿੱਤਾ ਗਿਆ। ਹਾਲਾਂਕਿ ਸੂਤਰਾਂ ਦੇ ਹਵਾਲੇ ਤੋਂ ਖਬਰ ਆ, ਪਰ ਗੁਰਨਾਮ ਸਿੰਘ ਚੰਡੂਨੀ ਨੇ ਕਿਹਾ ਕਿ ਹਲੇ ਤੱਕ ਉਹਨਾਂ ਨੂੰ ਕੋਈ ਵੀ ਇਦਾਂ ਦਾ ਕੋਈ ਖਬਰ ਨਹੀਂ ਮਿਲੀ, ਨਾ ਹੀ ਕਮੇਟੀ ਬਣਾਈ ਗਈ ਹੈ ਜਾਂ ਜੋ ਵੀ ਹੁਣ ਗੱਲਬਾਤ ਹੋ ਰਹੀ ਹੈ ਚੱਲ ਰਹੀ ਆ। ਉਹਨਾਂ ਨੇ ਕਿਹਾ ਕਿ ਮੈਂ ਹਲੇ ਇਹਨਾਂ ਸਾਰੀ ਗੱਲਾਂ ਤੋਂ ਬੇਖਬਰ ਹਾਂ, ਜਦੋਂ ਕੋਈ ਨੋਟਿਸ ਮੇਰੇ ਕੋਲ ਆਏਗਾ ਜਾਂ ਕੋਈ ਗੱਲਬਾਤ ਮੇਰੇ ਕੋਲ ਆਏਗੀ ਉਸ ਤੋਂ ਬਾਅਦ ਫਿਰ ਮੈਂ ਅੱਗੇ ਜਵਾਬ ਦੇਵਾਂਗਾ। ਦੇਖੋ, ਜਿੰਨਾ ਤੇਜ਼ੀ ਨਾਲ ਇਹ ਘਟਨਾਕ੍ਰਮ ਵਾਪਰਿਆ, ਠੀਕ ਹੈ ਨਾ, ਹੋ ਸਕਦਾ ਅਜੇ ਤੱਕ ਉਹਦੇ ਤੱਕ ਮੈਸੇਜ ਨਾ ਪਹੁੰਚਾਇਆ ਗਿਆ ਹੋਵੇ, ਪਰ ਅੱਜ ਜਿਹੜੀ ਮੀਟਿੰਗ ਹੋਣ ਵਾਲੀ ਹੈ ਸੰਯੁਕਤ ਮੋਰਚੇ ਦੀ, ਲਾਜ਼ਮੀ ਉਹਨੂੰ ਸੱਦਿਆ ਜਾਊਗਾ, ਉਹਦਾ ਪੱਖ ਜਾਣਿਆ ਜਾਊਗਾ। ਜਾਂ ਸੰਯੁਕਤ ਮੋਰਚਾ ਜਾਣੇ ਜਾਂ 3 ਮੈਂਬਰੀ ਕਮੇਟੀ ਕੋਈ ਕਰੂਗੀ ਇਹਦੇ ਨਾਲ ਗੱਲਬਾਤ, ਤਾਂ ਉਸ ਤੋਂ ਬਾਅਦ ਅਗਲਾ ਫੈਸਲਾ, ਅਗਲੀ ਰਣਨੀਤੀ ਤੈਅ ਕੀਤੀ ਜਾਊਗੀ ਕਿ ਕੱਲ ਨੂੰ ਹੋਣ ਵਾਲੀ ਜਿਹੜੀ ਮੀਟਿੰਗ ਹੈ ਭਾਰਤ ਸਰਕਾਰ ਨਾਲ, ਚੰਡੂਨੀ ਨੂੰ ਉਹਦੇ ਵਿੱਚ ਲੈ ਕੇ ਜਾਣਾ ਜਾਂ ਨਾ ਲੈ ਕੇ ਜਾਣਾ। ਵੈਸੇ ਇਹ ਅੰਦੋਲਨ ਇਹੋ ਜਿਹਾ ਹੈ ਕਿ ਬੋਚ ਕੇ ਪੈਰ ਧਰਨ ਵਾਲਾ। ਅਗਰ ਕੋਈ ਲੀਡਰ ਥਿੜਕਦਾ ਹੈ, ਕੋਈ ਬਿਆਨ ਤੋਂ ਥਿੜਕਦਾ ਹੈ, ਕੋਈ ਉਹ ਕਾਰਵਾਈ ਕਰਦਾ ਜਿਹੀ, ਤਾਂ ਇਹ ਅੰਦੋਲਨ ਉਹਨੂੰ ਨਹੀਂ ਬਖਸ਼ੂਗਾ। ਲੋਕ ਚਾਹੁੰਦੇ ਨਹੀਂ ਹੈ ਕਿ ਕਿਸੇ ਵੀ ਕਿਸਮ ਦੀ ਇਹਦੇ ਤੇ ਕੋਈ ਰਾਜਨੀਤੀ ਕੀਤੀ ਜਾਵੇ। ਸਿਰਫ ਤੇ ਸਿਰਫ ਕਿਸਾਨ ਅੰਦੋਲਨ ਹੈ ਤੇ ਕਿਸਾਨ ਹੀ ਜਥੇਬੰਦੀਆਂ ਨੂੰ ਚਲਾ ਰਹੀਆਂ। ਇਸ ਕਰਕੇ ਕੋਈ ਵੀ ਲੀਡਰ ਇਹੋ ਜਿਹੀ ਗਲਤੀ ਨਹੀਂ ਕਰਨੀ ਚਾਹੁੰਦਾ। ਉਧਰ ਨਿਊਜ਼ 18 ਤੇ ਗੁਰਨਾਮ ਚੰਡੂਨੀ ਦਾ ਪਹਿਲਾ ਸਪਸ਼ਟੀਕਰਨ ਵੀ ਸਾਹਮਣੇ ਆਇਆ। ਸਿਆਸੀ ਲੀਡਰਾਂ ਦੇ ਨਾਲ ਮੁਲਾਕਾਤ ਤੇ ਵਿਵਾਦ ਤੋਂ ਬਾਅਦ ਉਹਨਾਂ ਨੇ ਸਫਾਈ ਦਿੱਤੀ ਹੈ। ਨਿਊਜ਼ 18 ਤੇ ਚੰਡੂਨੀ ਦਾ ਕਹਿਣਾ ਹੈ ਕਿ ਮੀਟਿੰਗ ਦੇ ਵਿੱਚ ਜਾਣ ਦਾ ਮਕਸਦ ਅੰਦੋਲਨ ਨੂੰ ਨੁਕਸਾਨ ਪਹੁੰਚਾਉਣਾ ਨਹੀਂ ਹੈ। ਸੰਯੁਕਤ ਮੋਰਚੇ ਅੱਗੇ ਸਪਸ਼ਟੀਕਰਨ ਦੇਣ ਦੇ ਲਈ ਉਹ ਤਿਆਰ ਨੇ। ਚੰਡੂਨੀ ਦੇ ਵੱਲੋਂ ਇਹ ਸਫਾਈ ਦਿੱਤੀ ਗਈ ਹੈ, ਬਿਆਨ ਦਿੱਤਾ ਗਿਆ ਹੈ ਨਿਊਜ਼ 18 ਤੇ। ਉਹਨਾਂ ਨੇ ਵੀ ਕਿਹਾ ਕਿ ਜਦੋਂ ਸੱਦਾ ਮਿਲੇਗਾ ਸਪਸ਼ਟੀਕਰਨ ਦੇਣ ਦੇ ਲਈ ਜਾਵਾਂਗਾ। ਸੰਯੁਕਤ ਮੋਰਚੇ ਦੀ ਮਨਾਹੀ ਤੇ ਮੈਂ ਨਹੀਂ ਬਣਾਂਗਾ ਜਨ ਸੰਸਦ ਦਾ ਹਿੱਸਾ। ਉਹਨਾਂ ਨੇ ਵੀ ਕਿਹਾ ਕਿ ਜੇਕਰ ਸੰਯੁਕਤ ਮੋਰਚੇ ਦੀ ਮਨਾਹੀ ਹੁੰਦੀ ਹੈ ਤਾਂ ਮੈਂ ਜਨ ਸੰਸਦ ਦਾ ਹਿੱਸਾ ਨਹੀਂ ਬਣਾਂਗਾ। ਇਹ ਸਫਾਈ ਦਿੱਤੀ ਗਈ ਹੈ ਨਿਊਜ਼ 18 ਤੇ ਗੁਰਨਾਮ ਚੰਡੂਨੀ ਦੇ ਵੱਲੋਂ। ਜੀ ਬਿਲਕੁਲ, ਕੱਲ ਇੱਕ ਮੀਟਿੰਗ ਹੁੰਦੀ ਆ, ਉਸ ਮੀਟਿੰਗ ਦੇ ਵਿੱਚ ਗੁਰਨਾਮ ਸਿੰਘ ਚੰਡੂਨੀ ਹਿੱਸਾ ਲੈਂਦੇ ਨੇ, ਉਹ ਸਮਾਗਮ ਦੀ ਪ੍ਰਧਾਨਗੀ ਕਰਦੇ ਨੇ। ਉਸ ਤੋਂ ਬਾਅਦ ਲਗਾਤਾਰ ਸਵਾਲ ਉੱਠਣੇ ਸ਼ੁਰੂ ਹੋ ਗਏ ਸੀ ਕਿ ਗੁਰਨਾਮ ਸਿੰਘ ਚੰਡੂਨੀ ਰਾਜਨੀਤਿਕ ਪਾਰਟੀਆਂ ਦੇ ਨਾਲ ਜਾ ਰਹੇ ਨੇ, ਰਾਜਨੀਤਿਕ ਪਾਰਟੀਆਂ ਨਾਲ ਮੀਟਿੰਗਾਂ ਕਿਉਂ ਕਰ ਰਹੇ ਨੇ। ਲਗਾਤਾਰ ਇਸ ਤੋਂ ਬਾਅਦ ਉਹਨਾਂ ਵੱਲੋਂ ਕੁਝ ਫੈਸਲੇ ਵੀ ਲਏ ਗਏ। ਸੰਯੁਕਤ ਕਿਸਾਨ ਮੋਰਚਾ ਵੱਲੋਂ ਉਹਨਾਂ ਨੂੰ ਸਸਪੈਂਡ ਕਰ ਦਿੱਤਾ ਗਿਆ ਔਰ ਉਹਨਾਂ ਨੂੰ ਕਿਹਾ ਗਿਆ ਕਿ ਤੁਹਾਡੇ ਤੋਂ ਪੁੱਛਗਿੱਛ ਕੀਤੀ ਜਾਏਗੀ ਕਿ ਕਿਉਂ ਤੁਸੀਂ ਗਏ। ਇਸ ਵਕਤ ਗੁਰਨਾਮ ਸਿੰਘ ਜੀ ਮੇਰੇ ਨਾਲ ਨੇ। ਇੱਕ ਕਮੇਟੀ ਬਣੀ ਹੋਈ ਹੈ ਜਿਹਦੇ ਚ 8-10 ਬੰਦੇ ਹੈ। ਉਹ 8-10 ਬੰਦਿਆਂ 'ਚ ਇੱਕ ਮੇਰਾ ਵੀ ਨਾਂ ਹੈ। ਇਹ ਮੈਂ ਨਹੀਂ ਬੁਲਾਈ ਮੀਟਿੰਗ, ਇਹ ਮੈਂ ਨਹੀਂ ਇਕੱਲੇ ਨੇ ਕੀਤਾ, ਇਹ ਕਰਨ ਵਾਲੇ ਹੋਰ ਸੀ, ਪਰ ਉਹਨਾਂ 'ਚ ਇੱਕ ਮੇਰਾ ਨਾਂ ਹੈ। ਮੈਂ ਉਸ ਮੀਟਿੰਗ 'ਚ ਗਿਆ ਤੇ ਮੈਂ ਇਸ ਗੱਲ ਨਾਲ ਸਹਿਮਤ ਸੀ ਕਿ ਵੀ ਜਿਹੜੀ ਰਾਜਨੀਤਿਕ ਪਾਰਟੀਆਂ ਹੈ, ਆਪੋਜੀਸ਼ਨ ਜਿਹੜੀ ਹੈ, ਉਹਨਾਂ ਸਾਰਿਆਂ ਨੂੰ ਇਕੱਠੇ ਹੋ ਕੇ ਇੱਕ ਮਤਾ ਪਾਸ ਕਰਨਾ ਚਾਹੀਦਾ ਹੈ ਬਈ ਉਹ ਕਿੱਧਰ ਨੇ, ਕਾਨੂੰਨਾਂ ਦੇ ਪੱਖ 'ਚ ਹੈ ਜਾਂ ਕਾਨੂੰਨਾਂ ਦੇ ਵਿਰੋਧ 'ਚ ਹੈ। ਉਹਨਾਂ ਨੂੰ ਆਪਣੀ ਗੱਲ ਦੇਸ਼ ਦੇ ਸਾਹਮਣੇ ਰੱਖਣੀ ਚਾਹੀਦੀ ਹੈ ਤੇ ਉਸ ਵਾਸਤੇ ਉਹਨਾਂ ਨੂੰ ਜਨ ਸੰਸਦ ਬੁਲਾਉਣਾ ਚਾਹੀਦਾ ਹੈ। ਮੈਂ ਇਸ ਗੱਲ ਦੇ ਪੱਖ 'ਚ ਹਾਂ ਵੀ ਇੱਕ ਹੋਰ ਆਵਾਜ਼ ਦੇਸ਼ ਦੇ ਸਾਹਮਣੇ ਜਾਏਗੀ। ਜਿਹੜੀ ਗੱਲ ਤੋਂ ਇਹ ਮੋਰਚੇ ਵਾਲੇ ਜਿਹੜੇ ਨੇ ਇਹਨਾਂ ਨੇ ਕੋਈ ਬੁਰਾ ਮੰਨਿਆ, ਪਰ ਮੈਨੂੰ ਪੁੱਛਿਆ ਨਹੀਂ। ਮੈਨੂੰ ਅੱਜ ਤੱਕ ਸੰਯੁਕਤ ਕਿਸਾਨ ਮੋਰਚੇ ਦੀ ਮੀਟਿੰਗ ਦੇ ਵਿੱਚ ਨਹੀਂ ਬੁਲਾਇਆ ਗਿਆ, ਸਗੋਂ ਮੈਂ ਉਹਨਾਂ ਕੁਝ ਬੰਦੇ ਸੀ ਪੰਜਾਬ ਵਾਲੇ, ਉਹਨਾਂ ਅੱਗੇ ਗੱਲ ਰੱਖੀ ਸੀ
ਵੀ ਇਹ ਤੁਸੀਂ ਸੰਯੁਕਤ ਮੋਰਚੇ ਵੱਲੋਂ ਹੀ ਬੁਲਾਓ ਤੇ ਹੋਰ ਜ਼ਿਆਦਾ ਚੰਗਾ ਰਹੇਗਾ। ਪਰ ਅੰਦੋਲਨ ਜਿਹੜਾ ਉਹ ਰਾਜਨੀਤਿਕ ਰਹੇਗਾ, ਰਾਜਨੀਤੀ ਵਾਲੇ ਆਪਣਾ ਵੱਖਰਾ ਕਰਨ। ਸੰਯੁਕਤ ਕਿਸਾਨ ਮੋਰਚੇ ਵੱਲੋਂ ਤੁਹਾਨੂੰ ਸਸਪੈਂਡ ਕਰ ਦਿੱਤਾ ਗਿਆ, ਕੀ ਤੁਹਾਡੇ ਤੱਕ ਹਾਲੇ ਤੱਕ ਜਾਣਕਾਰੀ ਪਹੁੰਚੀ ਹੈ ਜਾਂ ਨਹੀਂ? ਨਹੀਂ, ਮੇਰੇ ਕੋਲ ਅਜੇ ਤੱਕ ਇਹ ਵੀ ਜਾਣਕਾਰੀ ਨਹੀਂ ਹੈ ਕਿ ਮੈਨੂੰ ਸਸਪੈਂਡ ਕਰਤਾ ਹੈ। ਤੇ ਦੂਜੀ ਗੱਲ, ਮੈਂ ਇਹ ਬਿਲਕੁਲ ਗਲਤ ਇਹਨੂੰ ਸਮਝਣਾ ਕਿ ਮੇਰੇ ਤੋਂ ਬਿਨਾਂ ਪੁੱਛ ਉਹਨਾਂ ਨੇ ਕਾਰਵਾਈ ਕਰਕੇ ਤੇ ਮੀਡੀਆ 'ਚ ਦੇਣਾ, ਮੀਡੀਆ 'ਚ ਬਿਲਕੁਲ ਗਲਤ ਹੈ। ਤੇ ਮੈਨੂੰ ਜਿੱਥੋਂ ਤੱਕ ਗਿਆਨ ਹੈ ਮੀਡੀਆ 'ਚ ਦੇਣ ਦਾ ਉਹਨਾਂ 'ਚ ਪਾਸ ਨਹੀਂ ਹੋਇਆ, ਤੇ ਜਿਹਨੇ ਮੀਡੀਆ 'ਚ ਦਿੱਤਾ ਉਹਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ। ਤੇ ਇੱਕ ਅਖਬਾਰ 'ਚ ਤੇ ਮੇਰੇ ਤੇ ਬੜੇ ਗੰਭੀਰ ਆਰੋਪ ਵੀ ਲਾਏ ਨੇ, ਤੇ ਜਿਹਨੇ ਆਰੋਪ ਲਾਏ ਨੇ ਉਹਨੂੰ, ਉਸ ਮੀਡੀਆ ਅਖਬਾਰ ਵਾਲੇ ਨੂੰ, ਉਹਨਾਂ ਨੂੰ ਮੈਂ ਨੋਟਿਸ ਵੀ ਦਿਆਂਗਾ, ਜਿਹੜਾ ਲੀਗਲ ਨੋਟਿਸ ਹੁੰਦਾ ਉਹ ਵੀ ਦਿਆਂਗਾ। ਫਿਲਹਾਲ ਦੀ ਕਿਹੜੀ ਗੁਰਨਾਮ ਸਿੰਘ ਚੜੂਨੀ ਕੋਲੇ ਸਸਪੈਂਸ਼ਨ ਦਾ ਜਾਂ ਆਪਾਂ ਕਹਿ ਲਈਏ ਕਿ ਪੁੱਛਗਿੱਛ ਲਈ ਹਾਲੇ ਤੱਕ ਕੋਈ ਵੀ ਮੈਸੇਜ ਸੰਯੁਕਤ ਕਿਸਾਨ ਮੋਰਚੇ ਵੱਲੋਂ ਰਿਸੀਵ ਨਹੀਂ ਹੋਇਆ ਹੈ? ਮੇਰੇ ਕੋਲ ਅਜੇ ਕੋਈ ਮੈਸੇਜ ਨਹੀਂ ਆਇਆ। ਇਹ ਬਵੰਡਰ ਮਚਾਇਆ ਜਾ ਰਿਹਾ ਹੈ, ਕੁਝ ਵੀ ਗੱਲ ਨਹੀਂ ਹੈ, ਇਹ ਜ਼ੀਰੋ। ਜੋਧਵੀਰ ਭਾਜੀ ਸੋ ਗੁਰਨਾਮ ਸਿੰਘ ਚੜੂਨੀ ਦੇ ਵੱਲੋਂ ਨਿਊਜ਼ 18 ਤੇ ਆਪਣੀ ਸਫਾਈ ਦਿੱਤੀ ਗਈ ਹੈ। ਉਹਨਾਂ ਨੇ ਸਾਫ਼ ਕੀਤਾ ਹੈ ਕਿ ਉਹਨਾਂ ਦਾ ਮਕਸਦ ਇਹ ਨਹੀਂ ਹੈ ਕਿ ਕਿਸੇ ਤਰ੍ਹਾਂ ਦਾ ਕਿਸਾਨੀ ਅੰਦੋਲਨ ਨੂੰ ਕੋਈ ਨੁਕਸਾਨ ਪਹੁੰਚੇ। ਉਹਨਾਂ ਨੇ ਪੂਰੇ ਵਿਵਾਦ ਤੋਂ ਬਾਅਦ ਸਫਾਈ ਦਿੱਤੀ ਹੈ। ਸੰਯੁਕਤ ਮੋਰਚੇ ਅੱਗੇ ਸਪਸ਼ਟੀਕਰਨ ਦੇਣ ਦੇ ਲਈ ਉਹ ਤਿਆਰ ਨੇ। ਉਹਨਾਂ ਨੇ ਇਹ ਵੀ ਸਾਫ਼ ਕੀਤਾ, ਜਦੋਂ ਸੱਦਾ ਮਿਲੇਗਾ ਸਪਸ਼ਟੀਕਰਨ ਦੇਣ ਦੇ ਲਈ ਜਾਵਾਂਗਾ। ਗੁਰਨਾਮ ਚੜੂਨੀ ਦੇ ਵੱਲੋਂ ਇਹ ਕਿਹਾ ਗਿਆ, ਸੰਯੁਕਤ ਮੋਰਚੇ ਦੀ ਮਨਾਹੀ ਤੇ ਮੈਂ ਨਹੀਂ ਬਣਾਂਗਾ ਜਨ ਸੰਸਦ ਦਾ ਹਿੱਸਾ। ਉਹਨਾਂ ਨੇ ਵੀ ਸਾਫ਼ ਕੀਤਾ ਹੈ ਕਿ ਜੇਕਰ ਸੰਯੁਕਤ ਮੋਰਚੇ ਦੀ ਮਨਾਹੀ ਹੁੰਦੀ ਹੈ ਤਾਂ ਉਹ ਜਨ ਸੰਸਦ ਦਾ ਹਿੱਸਾ ਨਹੀਂ ਬਣਨਗੇ। ਨਿਊਜ਼ 18 ਤੇ ਗੁਰਨਾਮ ਚੜੂਨੀ ਦੇ ਵੱਲੋਂ ਆਪਣਾ ਸਪਸ਼ਟੀਕਰਨ ਦਿੱਤਾ ਗਿਆ। ਮੀਟਿੰਗ ਦੇ ਵਿੱਚ ਜਾਣ ਦਾ ਮਕਸਦ ਅੰਦੋਲਨ ਨੂੰ ਨੁਕਸਾਨ ਪਹੁੰਚਾਉਣਾ ਨਹੀਂ ਹੈ। ਉਹਨਾਂ ਨੇ ਇਹ ਵੀ ਸਾਫ਼ ਕੀਤਾ ਹੈ, ਸੰਯੁਕਤ ਮੋਰਚੇ ਅੱਗੇ ਸਪਸ਼ਟੀਕਰਨ ਦੇਣ ਦੇ ਲਈ ਵੀ ਉਹ ਤਿਆਰ ਨੇ। ਇਹ ਵੀ ਬਿਆਨ ਦਿੱਤਾ ਗਿਆ ਗੁਰਨਾਮ ਚੜੂਨੀ ਦੇ ਵੱਲੋਂ ਨਿਊਜ਼ 18 ਤੇ। ਨਿਊਜ਼ 18 ਦੇ ਵੱਲੋਂ ਉਹਦੇ ਨਾਲ ਇਹ ਐਕਸਕਲੂਸਿਵ ਗੱਲਬਾਤ ਕੀਤੀ ਗਈ ਸੀ। ਕੱਲ ਦਰਅਸਲ ਗੁਰਨਾਮ ਚੜੂਨੀ ਦੇ ਵੱਲੋਂ ਵੱਖ-ਵੱਖ ਪਾਰਟੀਆਂ ਦੇ ਨਾਲ ਇੱਕ ਮੀਟਿੰਗ ਕੀਤੀ ਗਈ ਸੀ, ਮੰਥਨ ਕੀਤਾ ਗਿਆ ਸੀ, ਜਿਸ ਤੋਂ ਬਾਅਦ ਚ ਜਨ ਸੰਸਦ ਪ੍ਰੋਗਰਾਮ ਦਾ ਐਲਾਨ ਕੀਤਾ ਗਿਆ ਸੀਗਾ ਇਸ ਮੀਟਿੰਗ ਤੋਂ ਬਾਅਦ। ਜਿਸ ਤੋਂ ਬਾਅਦ ਕਿ ਸੰਯੁਕਤ ਕਿਸਾਨ ਮੋਰਚੇ ਦੇ ਵੱਲੋਂ ਸਫਾਈ ਦਿੱਤੀ ਗਈ ਹੈ। ਸੰਯੁਕਤ ਕਿਸਾਨ ਮੋਰਚੇ ਨੇ ਇਸ ਪੂਰੇ ਪ੍ਰੋਗਰਾਮ ਤੋਂ ਆਪਣੇ ਆਪ ਨੂੰ ਵੱਖ ਕੀਤਾ ਹੈ, ਕਿਨਾਰਾ ਕੀਤਾ ਹੈ ਤੇ ਗੁਰਨਾਮ ਚੜੂਨੀ ਦਾ ਸਪਸ਼ਟੀਕਰਨ ਵੀ ਸਾਹਮਣੇ ਆਇਆ। ਉਹਨਾਂ ਨੇ ਕਿਹਾ ਕਿ ਮੀਟਿੰਗ ਦੇ ਵਿੱਚ ਜਾਣ ਦਾ ਮਕਸਦ ਅੰਦੋਲਨ ਨੂੰ ਨੁਕਸਾਨ ਪਹੁੰਚਾਉਣਾ ਨਹੀਂ ਹੈ। ਰੁਕ ਕਰਦੇ ਅਗਲੀ ਵੱਡੀ ਖਬਰ ਦਾ। ਤਰਨਤਾਰਨ ਦੇ ਵਿੱਚ ਵੱਡੀ ਮੁੱਠਭੇੜ ਹੋਈ ਹੈ। ਪੁਲਿਸ ਨੇ 3 ਬਦਮਾਸ਼ਾਂ ਨੂੰ ਢੇਰ ਕਰ ਦਿੱਤਾ ਹੈ। ਅਜੇ ਵੀ 2 ਬਦਮਾਸ਼ਾਂ ਦੇ ਲੁਕੇ ਹੋਣ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ। ਪਿੰਡ ਕੈਰੋਂ ਦੇ ਵਿੱਚ ਅਜੇ ਵੀ ਮੁੱਠਭੇੜ ਜਾਰੀ ਹੈ। ਪੁਲਿਸ ਤੇ ਬਦਮਾਸ਼ਾਂ ਦੇ ਵਿਚਾਲੇ ਇਹ ਮੁੱਠਭੇੜ ਜਾਰੀ ਹੈ। ਬਰੀਜ਼ਾ ਗੱਡੀ ਦੇ ਵਿੱਚ ਸਵਾਰ ਸਨ 5 ਬਦਮਾਸ਼। ਵੱਡੀ ਖਬਰ ਤਰਨਤਾਰਨ ਤੋਂ, ਸਰਹੱਦੀ ਇਲਾਕੇ ਤੋਂ ਇਹ ਵੱਡੀ ਖਬਰ ਸਾਹਮਣੇ ਆ ਰਹੀ ਹੈ। ਵੱਡੀ ਖਬਰ ਤਰਨਤਾਰਨ ਤੋਂ ਸਾਹਮਣੇ ਆ ਰਹੀ, ਜਿੱਥੇ ਵੱਡਾ ਮੁੱਠਭੇੜ ਹੋਇਆ ਹੈ। ਪੁਲਿਸ ਨੇ 3 ਬਦਮਾਸ਼ਾਂ ਨੂੰ ਢੇਰ ਕਰ ਦਿੱਤਾ ਹੈ। ਅਜੇ ਵੀ 2 ਬਦਮਾਸ਼ਾਂ ਦੇ ਲੁਕੇ ਹੋਣ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ। ਤਰਨਤਾਰਨ ਦੇ ਪਿੰਡ ਕੈਰੋਂ ਦੇ ਵਿੱਚ ਅਜੇ ਵੀ ਮੁੱਠਭੇੜ ਜਾਰੀ ਹੈ। ਤੁਹਾਨੂੰ ਦੱਸ ਦਈਏ ਕਿ ਤਰਨਤਾਰਨ ਆਪਣੇ ਆਪ ਦੇ ਵਿੱਚ ਸਰਹੱਦੀ ਇਲਾਕਾ ਹੈ। ਕਈ ਤਰ੍ਹਾਂ ਦੀਆਂ ਨਾਪਾਕ ਕੋਸ਼ਿਸ਼ਾਂ ਇਸ ਇਲਾਕੇ ਦੇ ਵਿੱਚ ਅਨਸਰਾਂ ਦੇ ਵੱਲੋਂ ਕੀਤੀਆਂ ਜਾਂਦੀਆਂ ਨੇ ਤੇ ਇੱਥੇ ਮੁੜ ਤੋਂ ਮੁੱਠਭੇੜ ਦੀ ਖਬਰ ਸਾਹਮਣੇ ਆ ਰਹੀ ਹੈ। ਪੁਲਿਸ ਨੇ 3 ਬਦਮਾਸ਼ਾਂ ਨੂੰ ਇਸ ਦੌਰਾਨ ਢੇਰ ਕਰ ਦਿੱਤਾ ਹੈ। ਅਜੇ ਵੀ 2 ਬਦਮਾਸ਼ਾਂ ਦੇ ਲੁਕੇ ਹੋਣ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ। ਪਿੰਡ ਕੈਰੋਂ ਦੇ ਵਿੱਚ ਅਜੇ ਵੀ ਦੱਸਿਆ ਜਾ ਰਿਹਾ ਹੈ ਕਿ ਮੁੱਠਭੇੜ ਜਾਰੀ ਹੈ। ਪੁਲਿਸ ਤੇ ਬਦਮਾਸ਼ਾਂ ਦੇ ਵਿਚਾਲੇ ਅਜੇ ਵੀ ਮੁੱਠਭੇੜ ਚੱਲ ਰਿਹਾ ਹੈ। ਬਰੀਜ਼ਾ ਗੱਡੀ ਦੇ ਵਿੱਚ ਦੱਸਿਆ ਜਾ ਰਿਹਾ ਕਿ 5 ਬਦਮਾਸ਼ ਸਵਾਰ ਹੋ ਕੇ ਆਏ ਸਨ। ਬਰੀਜ਼ਾ ਗੱਡੀ ਦੇ ਵਿੱਚ 5 ਬਦਮਾਸ਼ ਸਵਾਰ ਹੋ ਕੇ ਆਏ, ਜਿਸ ਤੋਂ ਬਾਅਦ ਚ ਪੁਲਿਸ ਤੇ ਬਦਮਾਸ਼ ਆਮੋ ਸਾਹਮਣੇ ਹੁੰਦੇ ਨੇ। ਮੁੱਠਭੇੜ ਅਜੇ ਵੀ ਜਾਰੀ ਹੈ। ਫਿਲਹਾਲ ਪੁਲਿਸ ਨੇ 3 ਬਦਮਾਸ਼ਾਂ ਨੂੰ ਢੇਰ ਕਰ ਦਿੱਤਾ ਹੈ। ਅਜੇ ਵੀ 2 ਬਦਮਾਸ਼ਾਂ ਦੇ ਲੁਕੇ ਹੋਣ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ। ਵੱਡੀ ਖਬਰ ਤਰਨਤਾਰਨ ਤੋਂ, ਸਰਹੱਦੀ ਇਲਾਕੇ ਤਰਨਤਾਰਨ ਤੋਂ ਇਹ ਵੱਡੀ ਖਬਰ ਅਸੀਂ ਆਪਣੇ ਦਰਸ਼ਕਾਂ ਨੂੰ ਦੱਸ ਰਹੇ ਹਾਂ, ਜਿੱਥੇ ਕਿ ਵੱਡਾ ਮੁੱਠਭੇੜ ਜਾਰੀ ਹੈ। ਪੁਲਿਸ ਨੇ 3 ਬਦਮਾਸ਼ਾਂ ਨੂੰ ਇਸ ਦੌਰਾਨ ਢੇਰ ਕਰ ਦਿੱਤਾ ਹੈ। ਦੱਸਿਆ ਜਾ ਰਿਹਾ ਕਿ ਅਜੇ ਵੀ 2 ਬਦਮਾਸ਼ਾਂ ਦੇ ਲੁਕੇ ਹੋਣ ਦਾ ਖਦਸ਼ਾ ਹੈ। ਤਰਨਤਾਰਨ ਦੇ ਪਿੰਡ ਕੈਰੋਂ ਦੇ ਵਿੱਚ ਇਹ ਮੁੱਠਭੇੜ ਜਾਰੀ ਹੈ। ਇਸ ਖਬਰ ਤੇ ਜ਼ਿਆਦਾ ਜਾਣਕਾਰੀ ਲਈ ਮੇਰੇ ਸਹਿਯੋਗੀ ਸਿਧਾਰਥ ਜੁੜੇ ਹੋਏ ਨੇ। ਸਿਧਾਰਥ, ਫਿਲਹਾਲ ਦੀ ਕੀ ਅਪਡੇਟ ਹੈ? ਵੱਡਾ ਮੁੱਠਭੇੜ 3 ਬਦਮਾਸ਼ਾਂ ਨੂੰ ਢੇਰ ਕਰ ਦਿੱਤਾ ਗਿਆ ਹੈ। ਫਿਲਹਾਲ ਦੀ ਕੀ ਅਪਡੇਟ ਹੈ ਤੁਹਾਡੇ ਕੋਲ? ਜੀ ਬਿਲਕੁਲ ਸਰ, ਜੰਗਵਾ ਕਿ ਜਿਹੜਾ ਕੱਲ ਦੇਰ ਰਾਤ ਤੋਂ ਹੀ ਇੱਕ ਨਾ ਕਾਫੀ ਲੁੱਟਾਂ ਖੋਹਾਂ ਦਾ ਵਾਰਦਾਤ ਦਾ ਸਿਲਸਿਲਾ ਲਗਾਤਾਰ ਜ਼ਿਲ੍ਹੇ ਵਿੱਚ ਬਣਿਆ ਹੋਇਆ ਸੀ, ਜਿਸ ਦੌਰਾਨ ਕਿ 5 ਯੁਵਕ ਜਿਹੜੇ ਸੀ, ਲੁਟੇਰੇ ਸੀ, ਜਿਹੜਾ ਇਹ ਗੱਡੀਆਂ ਜਿਹੜੀ ਖੋਹ ਕਰਦੇ ਸੀ। ਕੱਲ ਰਾਤ ਨੂੰ ਵੀ ਇਹਨਾਂ ਨੇ 5 ਜਿਹੜੇ ਨੇ ਪੈਟਰੋਲ ਪੰਪ ਦੱਸੇ ਜਾ ਰਹੇ ਨੇ, ਉਹਨਾਂ ਨੂੰ ਪਹਿਲਾਂ ਨਿਸ਼ਾਨਾ ਬਣਾਇਆ। ਉਸ ਤੋਂ ਬਾਅਦ ਬਾਅਦ ਚ ਜਿਹੜੀ ਪੁਲਿਸ ਇਹਨਾਂ ਦੇ ਮਗਰ ਕੱਲ ਰਾਤ ਦੀ ਹੀ ਲੱਗੀ ਹੋਈ ਸੀ ਤੇ ਅੱਜ ਸਵੇਰੇ ਜਦੋਂ ਇਹ ਫਿਰ ਦੁਬਾਰਾ ਤੋਂ ਜਿਹੜਾ ਸੀ ਲੁੱਟ ਖੋਹਾਂ ਦੀ ਵਾਰਦਾਤ ਨੂੰ ਅੰਜਾਮ ਦੇਣ ਨਿਕਲੇ ਤਾਂ ਇਹਨਾਂ ਨੇ ਪਹਿਲਾਂ ਜਿਹੜੀ ਸਵਿਫਟ ਗੱਡੀ ਖੋਈ ਸੀ ਉਸ ਨੂੰ ਛੱਡਿਆ। ਉਸ ਤੋਂ ਬਾਅਦ ਬਰੀਜ਼ਾ ਗੱਡੀ ਦੀ ਜਿਹੜੀ ਹੈ
ਖੋਈ। ਉਸ ਤੋਂ ਬਾਅਦ ਬਰੀਜ਼ਾ ਗੱਡੀ ਖੋਣ ਤੋਂ ਬਾਅਦ ਪੁਲਿਸ ਇਹਨਾਂ ਦੇ ਮਗਰ ਲੱਗੀ ਹੋਈ ਸੀ। ਤਾਂ ਕੈਰੋਂ ਦੇ ਲਾਗੇ ਜਿਹੜਾ ਇੱਕ ਮਾਹੀ ਰਿਜ਼ੋਰਟ ਹੈ, ਉੱਥੇ ਰਿਜ਼ੋਰਟ ਦੇ ਵਿੱਚ ਫੰਕਸ਼ਨ ਚੱਲ ਰਿਹਾ ਸੀ, ਕਿਸੇ ਦਾ ਵਿਆਹ ਚੱਲ ਰਿਹਾ ਸੀ। ਉਸ ਦੇ ਵਿੱਚ ਜਿਹੜੀ ਇਹਨਾਂ ਨੇ ਗੱਡੀ ਜਾ ਡੱਕੀ ਤਾਂ ਉਸ ਤੋਂ ਬਾਅਦ ਅੰਦਰ ਵੜ ਗਏ। ਅੰਦਰ ਵੜਨ ਤੋਂ ਬਾਅਦ ਇਹਨਾਂ ਉੱਥੇ ਫਾਇਰਿੰਗ ਕੀਤੀ ਤਾਂ ਪੁਲਿਸ ਨੇ ਵੀ ਜਵਾਬੀ ਕਾਰਵਾਈ ਕਰਦਿਆਂ ਹੋਇਆਂ ਉੱਥੇ ਆਮੋ ਸਾਹਮਣੇ ਜਿਹੜੀ ਪੁਲਿਸ ਤੇ ਲੁਟੇਰਿਆਂ ਦੇ ਵਿੱਚ ਜਿਹੜੀ ਹੈ ਕਾਫੀ ਗੋਲੀਬਾਰੀ ਫਾਇਰਿੰਗ ਚੱਲੀ। ਉਸ ਤੋਂ ਬਾਅਦ ਫਾਇਰਿੰਗ ਦੌਰਾਨ ਜਿਹੜੇ ਨੇ 3 ਬਦਮਾਸ਼ਾਂ ਨੂੰ ਜਿਹੜਾ ਪੁਲਿਸ ਨੇ ਢੇਰ ਕਰਤਾ। ਹਾਲਾਂਕਿ 2 ਹੋਰ ਜਿਹੜੇ ਨੇ ਲੁਟੇਰੇ ਹੱਲੇ ਅੰਦਰ ਦੱਸੇ ਜਾ ਰਹੇ ਨੇ, ਜਿਨ੍ਹਾਂ ਨੂੰ ਪੁਲਿਸ ਜਿਹੜੀ ਹੈ ਛਾਣਬੀਨ ਕਰ ਰਹੀ ਹੈ, ਸਭ ਚੱਲ ਰਹੀ ਹੈ ਤੇ ਫਾਇਰਿੰਗ ਦੀ ਜਿਹੜੀ ਆਵਾਜ਼ ਜਿਹੜੀ ਹੈ ਜਿਹੜੀ ਇੱਥੇ ਦੇਖਣ ਨੂੰ ਮਿਲ ਰਹੀ ਹੈ, ਕਿਉਂਕਿ ਸਰਹੱਦੀ ਇਲਾਕਾ ਹੈ। ਇੱਥੇ ਕਈ ਵਾਰੀ ਇਹੋ ਜਿਹੀਆਂ ਜਿਹੜੀਆਂ ਵਾਰਤਾਂ ਹੋ ਚੁੱਕੀਆਂ ਨੇ ਤਾਂ ਪੁਲਿਸ ਵੱਲੋਂ ਵੀ ਜਿਹੜਾ ਹੈ ਅੱਜ ਮੁਕਾਬਲਾ ਜਿਹੜਾ ਇਹਨਾਂ ਦਾ ਤਿੰਨਾਂ ਦਾ ਢੇਰ ਕਰ ਦਿੱਤਾ ਗਿਆ। ਸਿਧਾਰਥ, ਕੁਝ ਸਾਫ਼ ਹੋ ਸਕਿਆ ਜਿਹੜੇ ਪੰਜ ਬਦਮਾਸ਼ ਬਰੀਜ਼ਾ ਗੱਡੀ ਦੇ ਵਿੱਚ ਸਵਾਰ ਹੋ ਕੇ ਆਏ ਸਨ, ਕਿਸ ਤਰ੍ਹਾਂ ਦੀ ਵਾਰਦਾਤ ਨੂੰ ਅੰਜਾਮ ਦੇਣ ਦੀ ਫਿਰਾਕ ਦੇ ਵਿੱਚ ਸਨ, ਕੁਝ ਸਾਫ਼ ਹੋਇਆ ਇਸ ਦੇ ਬਾਰੇ? ਜੀ ਬਿਲਕੁਲ ਦੱਸਣਾ ਚਾਹਾਂਗਾ, ਜਿਹੜੀਆਂ ਦੱਸਿਆ ਜਾ ਰਿਹਾ ਕਿ ਸਰਹੱਦੀ ਇਲਾਕਾ ਹੋਣ ਕਰਕੇ ਇਹ ਆਪਣੀ ਦਹਿਸ਼ਤ ਬਣਾਉਂਦੇ ਸੀ। 5 ਲੁਟੇਰੇ ਜਿਹੜੇ ਸੀ, ਇਹਨਾਂ ਕੋਲ ਸਭ ਤੋਂ ਵੱਡੀ ਗੱਲ ਕਿ ਹੁਣ ਹਥਿਆਰ ਜਿਹੜੇ ਸੀ ਕਿੱਥੋਂ ਆਏ ਸੀ, ਕਿਉਂਕਿ ਜਿਹੜਾ ਹਥਿਆਰਾਂ ਨਾਲ ਜਿਹੜੀ ਗੋਲੀਬਾਰੀ ਚਲਾਈ ਜਾ ਰਹੀ, ਯਾਨੀ ਕਿ 5 ਗੋਲੀ ਜਿਹੜੇ ਨੇ ਵਾਈਪਨ ਜਿਹੜੇ ਦੱਸੇ ਜਾ ਰਹੇ ਸੀ ਕਿ ਫੁੱਲ ਲੋਡਡ ਸਨ, ਜਿਸ ਨੂੰ ਦੌਰਾਨ ਜਿਹੜੇ ਨੇ ਇਹਨਾਂ ਨੇ ਜਿਹੜੀ ਹੈ ਜਵਾਬੀ ਕਾਰਵਾਈ ਜਿਹੜੀ ਪੁਲਿਸ ਤੇ ਕੀਤੀ ਹੈ। ਕਿਉਂਕਿ ਲੁਟੇਰੇ ਜਿਹੜਾ ਸਰਹੱਦੀ ਇਲਾਕਾ ਹੋਣ ਦੇ ਨਾਲ ਲੁੱਟਾਂ ਦੀਆਂ ਵਾਰਦਾਤਾਂ ਵੀ ਜਿਹੜੀਆਂ ਨੇ ਕਾਫੀ ਦਿਨਾਂ ਤੋਂ ਜਿਹੜੀਆਂ ਸੀ ਵੱਧ ਚੁੱਕੀਆਂ ਸੀ। ਤੇ ਪਤਾ ਪੁਲਿਸ ਨੂੰ ਟ੍ਰੇਸ ਹੋ ਗਿਆ ਸੀ ਕਿ 5 ਲੁਟੇਰੇ ਜਿਹੜੇ ਨੇ ਇਹ ਲੁੱਟ-ਖੋਹ ਦੀ ਵਾਰਦਾਤ ਨੂੰ ਜਿਹੜਾ ਅੰਜਾਮ ਦਿੰਦੇ ਨੇ। ਇਸ ਦੇ ਲਈ ਜਿਹੜਾ ਪੁਲਿਸ ਨੇ ਜਿਹੜਾ ਇਹਨਾਂ ਦਾ ਜਿਹੜਾ ਪਿੱਛਾ ਕਰਨਾ ਸ਼ੁਰੂ ਕੀਤਾ ਤਾਂ ਇਹਨਾਂ ਨੇ ਅੱਜ ਜਵਾਬੀ ਕਾਰਵਾਈ ਵਿੱਚ ਪੁਲਿਸ ਦੇ ਉੱਪਰ ਵੀ ਜਿਹੜੀਆਂ ਗੋਲੀਆਂ ਚਲਾਈਆਂ। ਸਿਧਾਰਥ, ਇਸ ਪੂਰੇ ਮੁਕਾਬਲੇ ਦੇ ਵਿੱਚ ਮੁੱਠਭੇੜ ਦੇ ਵਿੱਚ ਕੋਈ ਪੁਲਿਸ ਮੁਲਾਜ਼ਮ ਵੀ ਕੋਈ ਜ਼ਖਮੀ ਹੋਇਆ, ਅਜਿਹੀ ਵੀ ਕੋਈ ਖਬਰ ਹੈ? ਜੀ ਗੱਲ ਕਰੀਏ ਤਾਂ ਇਸ ਤਰੀਕੇ ਦੀ ਜਿਹੜੀ ਹਾਲੇ ਕੋਈ ਇਨਫੋਰਮੇਸ਼ਨ ਜਿਹੜੀ ਹੈ ਅੰਦਰੋਂ ਨਿਕਲ ਕੇ ਸਾਹਮਣੇ ਨਹੀਂ ਹੈ। ਕਿਸੇ ਵੀ ਅਧਿਕਾਰਿਕ ਤੌਰ ਤੇ ਜਿਹੜੀ ਹੈ ਹਾਲੇ ਜਿਹੜੀ ਹੈ ਇਸ ਮਾਮਲੇ ਤੇ ਜਿਹੜੀ ਕੋਈ ਪੁਸ਼ਟੀ ਜਿਹੜੀ ਬਿਲਕੁਲ ਸਾਹਮਣੇ ਨਹੀਂ ਆਈ ਹੈ। ਲੇਕਿਨ ਜਿਹੜੇ ਨੇ ਡੈਡ ਬੋਡੀਆਂ ਜਿਹੜੀਆਂ ਨੇ ਪੈਲਸ ਦੇ ਵਿੱਚੋਂ ਜਿਹੜੀਆਂ ਕੱਢੀਆਂ ਗਈਆਂ ਨੇ, 3 ਦੇ ਕੋਲ ਜਿਹੜੀਆਂ ਡੈਡ ਬੋਡੀਆਂ ਨੇ ਲੁਟੇਰਿਆਂ ਦੀਆਂ ਕੱਢੀਆਂ ਗਈਆਂ ਨੇ। ਜੀ ਠੀਕ ਹੈ ਸਿਧਾਰਥ, ਫਿਲਹਾਲ ਦੀ ਪੂਰੀ ਜਾਣਕਾਰੀ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਤਰਨਤਾਰਨ ਤੋਂ ਇਹ ਵੱਡੀ ਖਬਰ ਅਸੀਂ ਤੁਹਾਨੂੰ ਦੱਸ ਰਹੇ ਹਾਂ, ਜਿੱਥੇ ਕਿ ਵੱਡੀ ਮੁੱਠਭੇੜ ਹੋਈ ਹੈ। ਪੁਲਿਸ ਨੇ 3 ਬਦਮਾਸ਼ਾਂ ਨੂੰ ਢੇਰ ਕਰ ਦਿੱਤਾ ਹੈ। ਅਜੇ ਵੀ 2 ਬਦਮਾਸ਼ਾਂ ਦੇ ਲੁਕੇ ਹੋਣ ਦਾ ਖਦਸ਼ਾ ਜਤਾਇਆ ਜਾ ਰਿਹਾ, ਜਿਵੇਂ ਕਿ ਮੇਰੇ ਸਹਿਯੋਗੀ ਸਿਧਾਰਥ ਅਰੋੜਾ ਦੱਸ ਰਹੇ ਸਨ ਕਿ ਕਿਉਂਕਿ ਤਰਨਤਾਰਨ ਇਲਾਕਾ ਆਪਣੇ ਆਪ ਦੇ ਵਿੱਚ ਸਰਹੱਦੀ ਇਲਾਕਾ ਹੈ। ਬਹੁਤ ਸਾਰੀਆਂ ਅਜਿਹੀਆਂ ਵਾਰਦਾਤਾਂ ਨੂੰ ਪਹਿਲਾਂ ਵੀ ਕਈ ਵਾਰ ਅੰਜਾਮ ਦਿੱਤਾ ਜਾ ਚੁੱਕਾ ਹੈ। ਅਜਿਹੇ ਦੇਸ਼ ਵਿਰੋਧੀ, ਪੰਜਾਬ ਵਿਰੋਧੀ ਬਹੁਤ ਸਾਰੇ ਅੰਸਰ ਜਿਹੜੀਆਂ ਅਜਿਹੀਆਂ ਨਾਪਾਕ ਹਰਕਤਾਂ ਕੋਸ਼ਿਸ਼ਾਂ ਕਰਦੇ ਰਹਿੰਦੇ ਨੇ। ਸੋ ਆਪਣੇ ਆਪ ਦੇ ਵਿੱਚ ਵੱਡੀ ਮੁੱਠਭੇੜ ਹੋਈ ਹੈ। 5 ਬਦਮਾਸ਼ ਬਰੀਜ਼ਾ ਗੱਡੀ ਦੇ ਵਿੱਚ ਸਵਾਰ ਹੋ ਕੇ ਇੱਥੇ ਪਹੁੰਚੇ ਸਨ। 3 ਬਦਮਾਸ਼ਾਂ ਨੂੰ ਢੇਰ ਕਰ ਦਿੱਤਾ ਹੈ। ਅਜੇ ਦੱਸਿਆ ਜਾ ਰਿਹਾ ਹੈ ਕਿ ਅਜੇ ਵੀ 2 ਬਦਮਾਸ਼ਾਂ ਦੇ ਲੁਕੇ ਹੋਣ ਦਾ ਖਦਸ਼ਾ ਹੈ। ਪਿੰਡ ਕੈਰੋਂ, ਜ਼ਿਲ੍ਹਾ ਤਰਨਤਾਰਨ ਦਾ ਪਿੰਡ ਕੈਰੋਂ, ਜਿੱਥੇ ਅਜੇ ਵੀ ਮੁੱਠਭੇੜ ਜਾਰੀ ਹੈ। ਇਸ ਨੂੰ ਲੈ ਕੇ ਹਰ ਤਰ੍ਹਾਂ ਦੀ ਅਪਡੇਟ ਅਸੀਂ ਆਪਣੇ ਦਰਸ਼ਕਾਂ ਤੱਕ ਪਹੁੰਚਾ ਰਹੇ ਹਾਂ। ਇਸ ਖਬਰ ਤੇ ਲਗਾਤਾਰ ਬਣੇ ਰਹਾਂਗੇ। ਫਿਲਹਾਲ ਇੱਥੇ ਰੁਕ ਰਹੇ ਹਾਂ ਛੋਟੀ ਜਿਹੀ ਬ੍ਰੇਕ ਲਈ। ਜਲਦ ਹਾਜ਼ਰ ਹੁੰਦੇ ਹਾਂ ਇਸ ਬ੍ਰੇਕ ਤੋਂ ਬਾਅਦ।